ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਊਚ ਭਗਵਾਨਾ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ। ਅਬਣ ਗੇਰੇ ਪਤ ਜਿਉ ਢਲ ਢੁਲ ਜੁਮਣ ਹਾਰ। ਧਨ ਜੋਬਨ ਅਰ ਫੁੱਲੜਾ। ਪਿੰਨਾ ਸ਼ਬਦ ਕੀਰਤਨ ਹੋਇਆ ਹੈ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰਬਾਣੀ ਵਿਚਾਰ ਦਾ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ
ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਅੱਜ ਹਾੜ ਮਹੀਨੇ ਦੀ 17 ਤਰੀਕ ਹੈ। ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਐਲਾਨ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਕੱਲੀ ਭਗਤੀ ਹੀ ਨਹੀਂ, ਕੱਲਾ ਸੰਤ ਹੋਣਾ ਹੀ ਨਹੀਂ, ਅਸੀਂ ਆਪਣੇ ਸਿੱਖ ਨੂੰ ਸਿਪਾਹੀ ਦੇ ਰੂਪ ਵਿੱਚ ਜ਼ਾਲਮਾਂ ਦਾ ਟਾਕਰਾ ਕਰਨ ਦੇ ਕਾਬਿਲ ਬਣਾ ਦੇਵਾਂਗੇ। ਤੇ ਜਿਨ੍ਹਾਂ ਜਰਵਾਣਿਆਂ ਜ਼ੁਲਮੀ ਰਾਜਿਆਂ ਨੇ ਅੱਜ ਤੱਕ ਸਾਡੇ ਲੋਕਾਂ ਨੂੰ ਅਤੇ ਨਿਰਦੋਸ਼ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਹੈ, ਉਹਨਾਂ ਦੀ ਸ਼ਹੀਦੀ ਦਾ ਬਦਲਾ ਲਿਆ ਜਾਵੇਗਾ। ਜਦੋਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਤੋਂ ਲਾਹੌਰ ਨੂੰ ਚਾਲੇ ਪਾਉਣ ਲੱਗੇ ਤੇ ਹਜੂਰ ਨੇ ਸਾਰੇ ਮਾਮਲੇ ਨੂੰ ਅੰਤਰਜਾਮੀ ਪਿਤਾ ਨੇ ਅਨੁਭਵ ਕਰ ਲਿਆ ਸੀ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਵੱਲ ਚਾਲੇ ਪਾਉਣ ਤੋਂ ਪਹਿਲਾਂ ਹੀ ਆਪਣੇ ਹੱਥੀਂ ਗੁਰਤਾ ਗੱਦੀ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਪੁਰਦ ਕਰ ਦਿੱਤੀ ਸੀ। ਤੇ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਵੱਲ ਚਲੇ ਗਏ ਸਨ। ਪਰੰਤੂ ਫਿਰ ਵੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੀ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਤੇ 6ਵੇਂ ਪਾਤਸ਼ਾਹ ਨੇ ਸੰਗਤਾਂ ਨੂੰ ਧੀਰਜ ਦਿੱਤੀ, ਹੌਸਲਾ ਦਿੱਤਾ। ਤੇ ਗੁਰੂ ਅਰਜਨ ਦੇਵ ਭੋਗ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ। ਫਿਰ ਮਹਾਰਾਜ ਨੇ ਆਪ ਅਰਦਾਸਾ ਸੋਧਿਆ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਹੋਰ ਕੁਝ ਮੁਖੀ ਸਿੱਖਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਉਂਝ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ 6ਵੇਂ ਪਾਤਸ਼ਾਹ ਦੇ ਸਪੁਰਦ ਕਰ ਗਏ ਨੇ, ਪਰੰਤੂ ਫਿਰ ਵੀ ਆਮ ਸੰਗਤ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਚਲਿਤ ਕਰਨ ਵਾਸਤੇ ਦਸਤਾਰਬੰਦੀ ਦੀ ਰਸਮ ਕੀਤੀ ਜਾਣੀ ਚਾਹੀਦੀ ਹੈ। ਤੇ ਦਸਤਾਰਬੰਦੀ ਦੀ ਰਸਮ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਨੇ ਸਾਰੇ ਸ਼ਹਿਰ ਦੇ ਵਿੱਚ ਐਲਾਨ ਕਰ ਦਿੱਤਾ। ਖਬਰ ਸੁਣ ਕੇ ਸ਼ਹਿਰ ਦੀਆਂ ਸੰਗਤਾਂ ਪਹੁੰਚ ਗਈਆਂ ਤੇ ਕੁਝ ਮਸੰਦ ਸਿੱਖ ਤਾਂ ਪਹਿਲਾਂ ਹੀ ਦੂਰੋਂ ਦੂਰੋਂ ਗੁਰੂ ਘਰ ਵਿੱਚ ਪਹੁੰਚੇ ਹੋਏ ਸਨ। ਮਸੰਦਾਂ ਅਤੇ ਸੰਗਤਾਂ ਦੇ ਰਲ ਕੇ ਬੇਨਤੀ ਕਰਨ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ, ਸੰਗਤਾਂ ਆਪ ਜੀ ਦੇ ਦਰਸ਼ਨ ਵਾਸਤੇ ਉਤਾਵਲੀਆਂ ਹੋ ਰਹੀਆਂ ਨੇ ਤੇ ਇੱਕ ਮੰਜੀ ਤੇ ਸੇਲੀ ਟੋਪੀ ਗੁਰੂ ਸਾਹਿਬ ਦੇ ਹਾਜ਼ਰ ਕਰ ਦਿੱਤੀ। ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇਸ ਮੰਜੀ ਦੇ ਉੱਪਰ ਬਿਰਾਜਮਾਨ ਹੋਵੋ ਤੇ ਸੇਲੀ ਟੋਪੀ ਨੂੰ ਧਾਰਨ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਜੀ ਦੀ ਤਰਫ ਵੇਖਿਆ ਤੇ ਹਲਕਾ ਜਿਹਾ ਮੁਸਕਰਾਏ, ਬਚਨ ਕੀਤਾ, ਬਾਬਾ ਜੀ ਤੁਸੀਂ ਨਹੀਂ ਜਾਣਦੇ ਕਿ ਹੁਣ ਇਹਨਾਂ ਵਸਤਾਂ ਦਾ ਸਮਾਂ ਲੰਘ ਚੁੱਕਾ ਹੈ। ਆਪ ਨੂੰ ਭਲੀ ਭਾਂਤ ਪਤਾ ਹੈ ਕਿ ਬੇਕਸੂਰ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਹੈ
इस करके अज तो बाद सानू शस्त्र उठा के तलवार उठा के जुल्म राज दीयां जड़ां पुट्टण लई संघर्ष करना पवेगा। सैली टोपी नहीं बल्कि अज सानू शस्त्र पहनाओ। बाबा बुढ़ा साहब ने बेनती की कि हजूर सच्चे पातशाह जो तुहाडी आज्ञा होवे मंजूर है, लेकिन अज तक गुरु घर विच यही मर्यादा चलती रही है। पिछले सतगुरां ने इंज ही गुरता गद्दी नूं प्रवान कीता है, इवें ही गुरता गद्दी दी दस्तारबंदी हुई है। इस करके मसंद सिख ते बाकी सारियां संगतां भी बेनती करदियां ने, पर अगे जो आप जी दा हुक्म होवे असीं तुहाडे हुक्म नूं सिर मत्थे मनदे हां। ते गुरु हरगोबिंद साहब महाराज जी ने सैली टोपी ते मंजी ते बहुत शरधा भावना दे नाल नमस्कार कीती ते आख दिता कि इन्हां तिन्नां चीज़ां नूं तोशे खाने दे विच रख दिता जावे, बड़े सत्कार नाल बड़े आदर नाल रख दिता जाए अते सानू शस्त्र पहनाए जाण। इन्हां बचन करन ते फिर बाबा बुढ़ा साहब ने मीरी पीरी दियां दो तलवारां धन गुरु हरगोबिंद साहब महाराज जी दे दोवें पासे पहना दित्तियां। दो तलवारी बद्धियां, एक मीरी दी एक पीर दी, एक अजमत दी एक राज दी, एक राखी करे वजीर दी, हिम्मत बाहां कोट गढ़ दरवाजा बलख बखीर दी, नाल सिपाही नील नल मार दुष्टां करे तगीर दी। ढाडी नत्था अब्दुल्ला कहंदे ने, हे गुरु हरगोबिंद साहब महाराज, अज तो पहला मीरी वख सी ते पीरी वख सी। मीरी दा अर्थ है बादशाही, राजसी शानो शौकत। राजसी शानो शौकत वक्त सी ते पीरी दी फकीरी दी एक वखरी रीत चली आ रही सी। पर हे गुरु हरगोबिंद साहब जी, अज तुसीं दोवां तलवारां नूं बन्न दिता। बन्नण तो भाव के इकट्ठा कर दिता, मीरी ते पीरी नूं एक कर दिता। दो तलवारी बद्धियां, एक मीरी दी एक पीर दी। क्योंकि जेड़ा संत सी वो इन्ना चोटी दा संत बन चुका सी कि संतपुणा ओदे रोम रोम विच रच चुका सी, जिस करके ओदे अंदर कायरता भर चुकी सी। जुलमी राजे बथेरा जुल्म करदे, पर संत दी जमीर जां संत अगे कायर बन के बैठे रहे। किसी ने भी उन्हां दा मुकाबला करन दा हिया ना कीता। ते जेड़े सिपाही सी वो बहुत ज्यादा जुलमी ते अत्याचार करन लग पए सन। इवें कह लईए कि पीरां फकीरां नूं युद्ध लड़ने भुल गए ते युद्ध करन वालियां नूं रब दा नाम भुल गया सी। ते गुरु हरगोबिंद साहब महाराज ने ऐलान कर दिता कि असीं मीरां तो मीरी खो लैनी है ते पीरां तो पीरी खो लैनी है। गुरप्रताप सूरज ग्रंथ दा बचन है, एक ते लेहे मीरन की मीरी, एक ते लेहे पीरन की पीरी। असीं पीर कोल पीरी नहीं रहन देनी ते मीर कोल मीरी नहीं रहन देनी। दोवां नूं इकट्ठियां करके, भाव दोवां दा आपसी संबंध बना के असीं संत ते सिपाही तैयार करने ने। भगती ते शक्ति दा सुमेल करना है, शांति ते क्रांति दा मिलाप करना है। ढाडी नत्था अब्दुल्ला कहंदे, हे गुरु साहब जी, जेड़ा महान कारज अज तुसीं गुरता गद्दी ते बैठ के कीता है, अज तो पहला किसी संत भगत ने नहीं कीता। दो तलवारी बद्धियां, एक मीरी दी एक पीर दी, एक अजमत दी एक राज दी, एक राखी करे वजीर दी। मीरी दी तलवार तुसीं वजीरी दी राखी वास्ते पाई है।
ਤੇ ਪੀਰੀ ਦੀ ਤਲਵਾਰ ਅਜਮਤਵਾਨ ਹੈ। ਭਾਵ ਇਹ ਸੰਤਾਂ ਭਗਤਾਂ ਵਾਲੀ ਹੈ, ਸੰਤਾਂ ਭਗਤਾਂ ਦਾ ਸੂਚਕ ਹੈ। ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ। ਸਤਿਗੁਰੂ ਜੀ, ਤੁਹਾਡੀਆਂ ਬਾਹਾਂ ਵਿੱਚ ਇੰਨੀ ਹਿੰਮਤ ਹੈ, ਤੁਹਾਡੀਆਂ ਬਾਹਾਂ ਵਿੱਚ ਇੰਨਾ ਬਲ ਹੈ, ਮਾਨੋ ਕਿ ਕਰੋੜਾਂ ਕਿਲੇ ਵੀ ਤੋੜੇ ਜਾ ਸਕਦੇ ਨੇ, ਪਰ ਤੁਹਾਡੀਆਂ ਬਾਹਾਂ ਦਾ ਬਲ ਨਹੀਂ ਤੋੜਿਆ ਜਾ ਸਕਦਾ। ਕਰੋੜਾਂ ਕਿਲਿਆਂ ਦੇ ਬਰਾਬਰ ਤੁਹਾਡੀਆਂ ਬਾਹਾਂ ਦੀ ਹਿੰਮਤ ਹੈ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ। ਬਲਖ ਬਖਾਰੇ ਦੇ ਦਰਵਾਜ਼ੇ ਵੀ ਇੰਨੇ ਮਜ਼ਬੂਤ ਨਹੀਂ ਜਿੰਨਾ ਆਪ ਜੀ ਦਾ ਕੋਟ ਕਿਲਾ ਮਜ਼ਬੂਤ ਹੈ। ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਤੁਹਾਡੇ ਨਾਲ ਸਿਪਾਹੀਆਂ ਦੀ ਬਕਾਇਦਾ ਤੌਰ ਤੇ ਫੌਜ ਹੈ, ਤੇ ਜਿਹੋ ਜਿਹੀ ਸੋਭਾ ਤੁਹਾਡੇ ਦਰਬਾਰ ਵਿੱਚ ਆ ਕੇ ਸਤਿਗੁਰੂ ਜੀ ਅਸਾਂ ਤੱਕੀ ਹੈ, ਇਸ ਤਰ੍ਹਾਂ ਦੀ ਸੋਭਾ ਤੇ ਜਹਾਂਗੀਰ ਬਾਦਸ਼ਾਹ ਕੋਲ ਵੀ ਨਹੀਂ ਹੈ। ਉਦੋਂ ਹਿੰਦੁਸਤਾਨ ਦੇ ਤਖਤ ਉੱਪਰ ਜਹਾਂਗੀਰ ਬਾਦਸ਼ਾਹ ਬੈਠਾ ਸੀ। ਤੇ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਟੱਕਰ ਜਹਾਂਗੀਰ ਨਾਲ ਸੀ, ਹਿੰਦੁਸਤਾਨ ਦੇ ਵਕਤ ਦੇ ਬਾਦਸ਼ਾਹ ਨਾਲ ਸੀ। ਇਸ ਕਰਕੇ ਨੱਥੇ ਅਬਦੁੱਲੇ ਨੇ ਤੁਲਨਾ ਕਰਕੇ ਆਖਿਆ, ਸਤਿਗੁਰੂ ਜੀ, ਤੁਹਾਡੇ ਮੁਕਾਬਲੇ ਤਾਂ ਜਹਾਂਗੀਰ ਦੀ ਸੋਭਾ ਕੱਖ ਵੀ ਨਹੀਂ। ਪੱਗ ਤੇਰੀ ਕੀ ਜਹਾਂਗੀਰ ਦੀ। ਤੁਹਾਡੀ ਦਸਤਾਰ ਦੇ ਸਾਹਮਣੇ ਉਹਦੇ ਤਾਜ ਦੀ ਸੋਭਾ ਬਿਲਕੁਲ ਫਿੱਕੀ ਹੈ। ਹੁਣ ਜਦੋਂ ਗੁਰੂ ਸਾਹਿਬ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਸੰਤ ਸਿਪਾਹੀ ਤੇ ਸ਼ਾਂਤੀ ਕ੍ਰਾਂਤੀ ਦਾ ਮੇਲ ਕਰਨਾ ਹੈ, ਸੰਤ ਦੇ ਵਿੱਚ ਸਿਪਾਹੀ ਵਾਲੇ ਗੁਣ ਭਰ ਕੇ ਜ਼ੁਲਮ ਰਾਜ ਦਾ ਮੁਕਾਬਲਾ ਕਰਨ ਦੀ ਜਾਚ ਸਿਖਾਉਣੀ ਹੈ, ਗੁਰੂ ਸਾਹਿਬ ਦੀ ਇਸ ਰੀਤ ਨੂੰ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ। ਪਰੰਤੂ ਫੇਰ ਵੀ ਕੁਝ ਕਮਜ਼ੋਰ ਦਿਲ ਵਾਲੇ ਮਸੰਦ ਮਾਤਾ ਗੰਗਾ ਜੀ ਕੋਲ ਜਾ ਕੇ ਬੇਨਤੀ ਕਰਨ ਲੱਗੇ ਕਿ ਅਜੇ ਤਾਂ ਕੁਝ ਦਿਨ ਵੀ ਨਹੀਂ ਗੁਜ਼ਰੇ, ਬੇਕਸੂਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਕੂਮਤ ਨੇ ਸ਼ਹੀਦ ਕਰ ਦਿੱਤਾ ਹੈ, ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਤਲਵਾਰਾਂ ਪਹਿਨ ਕੇ ਸ਼ਸਤਰ ਰੱਖਣ ਦਾ ਐਲਾਨ ਕਰ ਦਿੱਤਾ ਹੈ, ਫਿਰ ਸਾਡੇ ਤੇ ਕੀ ਬਣੇਗੀ। ਮਾਮਲਾ ਬੜਾ ਨਾਜ਼ੁਕ ਹੈ। ਗੁਰੂ ਸਾਹਿਬ ਨੇ ਐਲਾਨ ਤਾਂ ਕਰ ਦਿੱਤਾ, ਪਰ ਹੁਣ ਇਸ ਨੂੰ ਸਾਂਭਣਾ ਬੜਾ ਔਖਾ ਹੈ। ਪਰ ਅਜੇ ਵੀ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ, ਅਜੇ ਬਾਦਸ਼ਾਹ ਤੱਕ ਖਬਰਾਂ ਨਹੀਂ ਪਹੁੰਚੀਆਂ। ਮਾਤਾ ਜੀ, ਤੁਸੀਂ ਸਮਝਾਓ, ਤੁਸੀਂ ਸਿੱਖਿਆ ਦਿਓ ਕਿ ਬੇਟਾ ਜੀ, ਆਪਾਂ ਭਾਉ ਭਗਤੀ ਦੇ ਰਸਤੇ ਤੇ, ਪ੍ਰੇਮਾ ਭਗਤੀ ਦੇ ਰਸਤੇ ਤੇ ਤੁਰਨ ਵਾਲੇ ਹਾਂ, ਤੇ ਸੰਗਤਾਂ ਨੂੰ ਅਕਾਲ ਨਾਲ ਜੋੜਨ ਵਾਲੇ ਹਾਂ। ਇਹ ਰਸਤਾ ਸਾਡਾ ਨਹੀਂ ਹੈ। ਤੁਸੀਂ ਸਮਝਾਓਗੇ ਤੇ ਗੁਰੂ ਸਾਹਿਬ ਸਮਝ ਜਾਣਗੇ। ਮਾਤਾ ਜੀ ਨੇ ਅੱਗੋਂ ਮਸੰਦਾਂ ਨੂੰ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਇਸ ਕਰਕੇ ਮਿਲੀ ਹੈ ਕਿਉਂਕਿ ਉਹ ਪੂਰਨ ਕਲਾਧਾਰੀ ਹੋ ਚੁੱਕੇ ਨੇ, ਤੇ ਜਦੋਂ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਗੁਰਤਾ ਗੱਦੀ ਉਹਨਾਂ ਦੇ ਸਪੁਰਦ ਕੀਤੀ ਹੈ, ਇਹਦਾ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰ ਪੱਖ ਤੋਂ ਸੰਪੂਰਨ ਹਨ, ਉਹਨਾਂ ਵਿੱਚ ਕੁਝ ਅਧੂਰਾਪਣ ਨਹੀਂ ਹੈ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪੂਰੇ ਹਨ ਤੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਹੀਂ, ਉਹਨਾਂ ਦਾ ਕੋਈ ਵੀ ਕੰਮ ਅਧੂਰਾ ਨਹੀਂ ਹੋ ਸਕਦਾ। ਪਰੰਤੂ ਮਸੰਦਾਂ ਦੇ ਬਾਰ-ਬਾਰ ਬੇਨਤੀ ਕਰਨ ਤੇ ਮਾਤਾ ਜੀ ਨੇ ਕਹਿ ਦਿੱਤਾ ਕਿ ਠੀਕ ਹੈ, ਜਦੋਂ ਮੈਨੂੰ ਮਿਲਣ ਵਾਸਤੇ ਆਉਣਗੇ ਤੇ ਮੈਂ ਤੁਹਾਡੀ ਬੇਨਤੀ ਜ਼ਰੂਰ ਕਰ ਦੇਵਾਂਗੀ। ਜਦੋਂ ਛੇਵੇਂ ਸਤਿਗੁਰੂ ਮਾਤਾ ਜੀ ਨੂੰ ਨਮਸਕਾਰ ਕਰਨ ਵਾਸਤੇ ਘਰ ਪਰਤੇ, ਮਾਤਾ ਜੀ ਦੇ ਚਰਨਾਂ ਤੇ ਡੰਡੌਤ ਬੰਦਨਾ ਕੀਤੀ
ਤੇ ਮਾਂ ਨੇ ਆਖਿਆ, ਬੇਟਾ ਮਸੰਦ ਇੱਥੇ ਬਾਰ-ਬਾਰ ਬੇਨਤੀਆਂ ਕਰਕੇ ਗਏ ਨੇ ਕਿ ਤੁਸੀਂ ਜਿਹੜੀ ਰੀਤ ਚਲਾਈ ਹੈ ਇਹ ਠੀਕ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਅਸੀਂ ਜੋ ਕੁਝ ਵੀ ਕੀਤਾ ਹੈ ਅਕਾਲ ਪੁਰਖ ਦੇ ਭਾਣੇ ਵਿੱਚ ਕੀਤਾ ਹੈ, ਕਿਉਂਕਿ ਸਾਨੂੰ ਮਹਿਸੂਸ ਹੋ ਗਿਆ ਸੀ ਕਿ ਅੱਜ ਤੋਂ ਬਾਅਦ ਸ਼ਸਤਰ ਉਠਾਉਣ ਤੋਂ ਬਗੈਰ ਜੀਣਾ ਔਖਾ ਹੋ ਜਾਵੇਗਾ। ਗੁਲਾਮੀ ਦੀ ਜ਼ਿੰਦਗੀ ਸਾਨੂੰ ਪਸੰਦ ਨਹੀਂ ਹੈ। ਇਹਨਾਂ ਜੰਜੀਰਾਂ ਨੂੰ ਤੋੜ ਕੇ ਅਸੀਂ ਆਜ਼ਾਦ ਹੋ ਕੇ ਵਿਚਰਨਾ ਚਾਹੁੰਦੇ ਹਾਂ। ਇਸ ਕਰਕੇ ਅਸੀਂ ਜੋ ਕੁਝ ਵੀ ਕੀਤਾ ਹੈ ਅਕਾਲ ਪੁਰਖ ਦੀ ਰਜ਼ਾ ਵਿੱਚ ਕੀਤਾ ਹੈ। ਇਹਨਾਂ ਬਚਨ ਕਰਨ ਤੇ ਮਾਤਾ ਜੀ ਨੇ ਫਿਰ ਅੱਗੋਂ ਬਚਨ ਕੀਤਾ ਕਿ ਠੀਕ ਹੈ, ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹਾਂ ਕਿ ਗੁਰੂ ਨਾਨਕ ਸਾਹਿਬ ਹਮੇਸ਼ਾ ਤੁਹਾਡੇ ਸਹਾਈ ਹੋਣ, ਸਦਾ ਤੁਹਾਡੀ ਸਹਾਇਤਾ ਕਰਨ। ਬਸ ਫਿਰ ਕੀ ਸੀ, ਦੂਰ ਦੂਰ ਤੱਕ ਮਸੰਦਾਂ ਦੇ ਰਾਹੀਂ ਸੁਨੇਹੇ ਭੇਜ ਦਿੱਤੇ ਗਏ ਕਿ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਹੈ। ਉਹਨਾਂ ਦੀ ਥਾਂ ਤੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਹੋ ਕੇ ਪ੍ਰਗਟੇ ਹਨ। ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਇਹ ਭਾਰੀ ਐਲਾਨ ਕੀਤਾ ਹੈ ਕਿ ਅੱਜ ਤੋਂ ਬਾਅਦ ਜਿਹੜਾ ਸਿੱਖ ਗੁਰੂ ਘਰ ਵਿੱਚ ਆਪਣੀ ਕਾਰ ਭੇਟਾ ਲਿਆਉਣੀ ਚਾਹੁੰਦਾ ਹੋਵੇ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਵੇ ਕਿ ਗੁਰੂ ਘਰ ਦੇ ਵਿੱਚ ਘੋੜਿਆਂ ਤੇ ਸ਼ਸਤਰਾਂ ਦੀ ਬਹੁਤ ਜ਼ਿਆਦਾ ਲੋੜ ਹੈ। ਇਸ ਲਈ ਜਿਹੜਾ ਸਿੱਖ ਸਭ ਤੋਂ ਵਧੀਆ ਸ਼ਸਤਰ ਤੇ ਮਹਿੰਗੇ ਤੋਂ ਮਹਿੰਗਾ ਘੋੜਾ ਗੁਰੂ ਘਰ ਵਿੱਚ ਭੇਟਾ ਕਰੇਗਾ, ਸਤਿਗੁਰੂ ਜੀ ਦੀਆਂ ਉਸ ਉੱਪਰ ਬੇਅੰਤ ਖੁਸ਼ੀਆਂ ਹੋਣਗੀਆਂ। ਇਹ ਹੁਕਮਨਾਮਾ ਲਿਖ ਕੇ ਸੰਗਤਾਂ ਵੱਲ ਭੇਜ ਦਿੱਤਾ। ਛੇਵੇਂ ਪਾਤਸ਼ਾਹ ਤੱਕ ਭਾਰਤ ਵਰਸ਼ ਦੇ ਕੋਨੇ-ਕੋਨੇ ਵਿੱਚ ਸਿੱਖੀ ਫੈਲ ਚੁੱਕੀ ਸੀ। ਇਸ ਕਰਕੇ ਸਭ ਤੋਂ ਪਹਿਲਾਂ ਪੂਰਬ ਵੱਲ ਹਲਕਾਰੇ ਭੇਜੇ ਗਏ। ਪੂਰਬ ਦੇ ਵਿੱਚ ਦਿੱਲੀ, ਆਗਰਾ, ਫਰੂਖਾਬਾਦ, ਮਕਸੂਦਾਬਾਦ, ਕਾਂਸ਼ੀ, ਸਸਰਾਮ, ਪਟਨਾ, ਇਹਨਾਂ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਹੁਕਮਨਾਮੇ ਭੇਜੇ ਗਏ। ਤੇ ਇਸ ਤੋਂ ਬਾਅਦ ਵਿੱਚ ਪੱਛਮ ਦੇ ਵਿੱਚ ਪਿਸ਼ੌਰ, ਕਸ਼ਮੀਰ, ਕੰਧਾਰ ਤੇ ਕਾਬਲ ਤੱਕ ਦੀਆਂ ਸੰਗਤਾਂ ਨੂੰ ਮਸੰਦਾਂ ਦੇ ਰਾਹੀਂ ਇਹ ਸੁਨੇਹੇ ਭੇਜ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਉਸੇ ਸਿੱਖ ਦੇ ਉੱਪਰ ਸਾਡੀ ਖੁਸ਼ੀ ਹੋਵੇਗੀ ਔਰ ਅਤਿਅੰਤ ਖੁਸ਼ੀ ਹੋਵੇਗੀ ਜਿਹੜਾ ਗੁਰੂ ਘਰ ਵਿੱਚ ਘੋੜੇ ਤੇ ਵਧੀਆ ਸ਼ਸਤਰ ਭੇਟਾ ਕਰੇਗਾ। ਅੱਜ ਦੇ ਦਿਨ 1663 ਬਿਕਰਮੀ 17 ਹਾੜ 1663 ਬਿਕਰਮੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਧਰਮ ਯੁੱਧ ਕਰਨ ਦਾ ਐਲਾਨ ਕਰ ਦਿੱਤਾ ਸੀ ਕਿ ਹੁਣ ਧਰਮ ਯੁੱਧ ਤੋਂ ਬਗੈਰ ਗੁਲਾਮੀ ਨਹੀਂ ਟੁੱਟਣੀ, ਉਸ ਨੂੰ ਤੋੜਨ ਵਾਸਤੇ ਸ਼ਸਤਰ ਚੁੱਕਣੇ ਪੈਣਗੇ। ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਉਹ ਇਤਿਹਾਸ ਆਪਾਂ ਕੱਲ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ। ਆਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਅੱਜ ਜਿਸ ਪਾਵਨ ਸ਼ਬਦ ਦੀ ਬਖਸ਼ਿਸ਼ ਕਰਦੇ ਹਨ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ। ਸ੍ਰੀ ਰਾਗ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਘਰ ਦੂਜਾ ਦੂਸਰੇ ਸੁਰ ਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। ਇਸ ਸ਼ਬਦ ਵਿੱਚ ਮਹਾਰਾਜ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਹੇ ਜੀਵ, ਤੇਰੇ ਕੋਲ ਜੋ ਕੁਝ ਵੀ ਹੈ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਤੇ ਘਟ ਘਟ ਕੇ ਇੱਕ ਦਿਨ ਇਹ ਸਭ ਕੁਝ ਨਾਸ ਹੋ ਜਾਵੇਗਾ ਤੇ ਤੂੰ ਖਾਲੀ ਹੱਥ ਹੋ ਜਾਏਗਾ। ਚੱਲੇ ਜੁਆਰੀ ਦੋਏ ਹੱਥ ਚਾਰ। ਜਿਵੇਂ ਜੁਆਰੀਆ ਜੂਏ ਦੇ ਵਿੱਚ
ਜੂਏ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਨਾ ਲੰਘਾ, ਨਾ ਬਰਬਾਦ ਕਰ, ਸਗੋਂ ਇਸ ਸਮੇਂ ਦੀ ਸੰਭਾਲ ਕਰਕੇ ਕੀਮਤੀ ਸਮੇਂ ਨੂੰ ਲੇਖੇ ਵਿੱਚ ਲਾ। ਤੋ ਸਾਹਿਬ ਕਹਿੰਦੇ ਨੇ ਧਨ ਜੋਬਨ ਅਰ ਫੁੱਲੜਾ, ਜਿਨ੍ਹਾਂ ਕਰਕੇ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਉਸ ਵਿੱਚੋਂ ਪਹਿਲਾ ਹੈ ਧਨ, ਦੂਸਰੀ ਜਵਾਨੀ। ਇਹਨਾਂ ਦੋਹਾਂ ਦੇ ਨਸ਼ੇ ਕਰਕੇ ਫੁੱਲੜਾ ਭਾਵ ਫੁੱਲਿਆ ਨਹੀਂ ਸਮਾਉਂਦਾ, ਸਦਾ ਹੀ ਹੰਕਾਰ ਵਿੱਚ ਰਹਿੰਦਾ ਹੈ। ਪਰੰਤੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕਰਕੇ ਤੂੰ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ, ਤੇਰੇ ਮਨ ਨੂੰ ਸਦਾ ਹੀ ਇੱਕ ਫਤੂਰ ਚੜਿਆ ਰਹਿੰਦਾ ਹੈ, ਨਸ਼ਾ ਜਿਹਾ ਰਹਿੰਦਾ ਹੈ। ਤੈਨੂੰ ਪਤਾ ਕਿ ਇਹ 4 ਦਿਨਾਂ ਦੇ ਪ੍ਰਾਹੁਣੇ ਨੇ। ਨਾਠੀ ਅੜੇ ਦਾ ਭਾਵ ਹੈ ਪ੍ਰਾਹੁਣੇ। ਪੁਣਛ ਦੇ ਵਿੱਚ, ਰਜੌਰੀ ਦੇ ਵਿੱਚ ਪ੍ਰਾਹੁਣੇ ਨੂੰ ਨਾਠੀ ਕਿਹਾ ਜਾਂਦਾ ਹੈ। ਤੇ ਹਜੂਰ ਕਹਿੰਦੇ ਇਹ 4 ਦਿਨਾਂ ਦੇ ਪ੍ਰਾਹੁਣੇ ਨੇ ਜਿਨ੍ਹਾਂ ਦੇ ਨਾਲ ਤੂੰ ਆਪਣਾ ਨੀਹੋਂ ਲਗਾਇਆ ਹੈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਾ ਸਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਸਤਿਗੁਰੂ ਮਹਾਰਾਜ ਜੀ ਨੇ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਸਮਝਾਇਆ ਹੈ, ਹੇ ਭਾਈ ਤੂੰ ਕਿਉਂ ਹੰਕਾਰ ਦੇ ਨਸ਼ੇ ਵਿੱਚ ਫੁੱਲਿਆ ਫਿਰਦਾ ਹੈ। ਜਦੋਂ 10 ਮਾਸ 10 ਮਹੀਨੇ ਮਾਂ ਦੇ ਗਰਭ ਵਿੱਚ ਪੁੱਠਾ ਲਟਕਣਾ ਪਿਆ, ਉਦੋਂ ਵਾਰ-ਵਾਰ ਰੱਬ ਅੱਗੇ ਅਰਦਾਸਾਂ ਕਰਦਾ ਸੀ, ਤਰਲੇ ਕਰਦਾ ਸੀ। ਅੱਜ ਤੈਨੂੰ ਉਹ ਦਿਨ ਕਿਉਂ ਭੁੱਲ ਗਏ? ਅੱਜ ਤੈਨੂੰ ਉਹ ਸਮਾਂ ਕਿਉਂ ਚੇਤੇ ਭੁੱਲ ਗਿਆ? ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਧਨ ਭਾਵ ਦੌਲਤ ਤੇ ਜੋਬਨ ਜਵਾਨੀ ਦਾ ਤੈਨੂੰ ਹੰਕਾਰ ਹੈ, ਤੇ ਇਸ ਜਿੱਥੇ ਫੁੱਲ ਖਿੜਦਾ ਹੈ ਉੱਥੇ ਮੁਰਝਾਉਂਦਾ ਵੀ ਹੈ। ਮਹਾਰਾਜ ਕਹਿੰਦੇ ਜੋ ਧਨ ਤੇ ਜਵਾਨੀ ਦਾ ਫੁੱਲ ਅੱਜ ਖਿੜਿਆ ਹੈ, ਕੱਲ ਨੂੰ ਮੁਰਝਾ ਜਾਵੇਗਾ। ਸਦਾ ਇਹ ਸਮਾਂ ਨਹੀਂ ਚੱਲਦਾ ਰਹਿਣਾ, ਨਾ ਜਵਾਨੀ ਦੇ ਦਿਨ ਚੱਲਣਗੇ, ਨਾ ਹੀ ਧਨ ਤੇਰੇ ਕੋਲ ਰਹੇਗਾ। ਇਸ ਲਈ ਹਜੂਰ ਦਾ ਬਚਨ ਹੈ ਕਿ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। ਰਾਜ ਭਾਗ ਦਾ ਨਸ਼ਾ, ਮਾਲ ਅਸਬਾਬ ਦਾ ਨਸ਼ਾ, ਤੇ ਰੂਪ ਕਹੀਏ ਸੁੰਦਰਤਾ ਦਾ ਨਸ਼ਾ, ਫਿਰ ਉੱਚੀ ਜਾਤ ਤੇ ਜੋਬਨ ਕਹੀਏ ਜਵਾਨੀ, ਡੀਲ ਡੌਲ, ਤਾਕਤ। ਮਹਾਰਾਜ ਕਹਿੰਦੇ ਮਾਨੋ ਇਹ ਪੰਜੇ ਦੇ ਪੰਜੇ ਠੱਗ ਨੇ, ਔਰ ਇਹ ਠੱਗ ਇੰਨੇ ਜ਼ਿਆਦਾ ਚਲਾਕ ਨੇ ਕਿ ਸਾਰੀ ਦੁਨੀਆ ਨੂੰ ਇਹਨਾਂ ਨੇ ਠੱਗਿਆ ਹੈ। ਦੇਖੋ ਠੱਗੀ ਜਿਸ ਦਾ ਭਾਵ ਹੈ ਕਿ ਠੱਗਿਆ ਜਾਣ ਵਾਲਾ ਬੰਦਾ ਵੀ ਠੱਗੀ ਖਾਣ ਤੋਂ ਬਾਅਦ ਵਿੱਚ ਹੀ ਸਾਵਧਾਨ ਹੁੰਦਾ ਹੈ। ਜਦੋਂ ਤੱਕ ਠੱਗੀ ਉਹਦੇ ਨਾਲ ਵੱਜ ਰਹੀ ਹੁੰਦੀ ਹੈ, ਉਦੋਂ ਤੱਕ ਬੰਦੇ ਨੂੰ ਪਤਾ ਨਹੀਂ ਲੱਗਦਾ। ਡਾਕਾ ਮਾਰਨਾ ਹੋਰ ਗੱਲ ਹੈ, ਚੋਰੀ ਕਰਨੀ ਹੋਰ ਗੱਲ ਹੈ, ਪਰ ਠੱਗੀ ਮਾਰਨੀ ਹੋਰ ਗੱਲ ਹੈ। ਪ੍ਰਯੋਜਨ ਭਾਵੇਂ ਸਾਰਿਆਂ ਦਾ ਇੱਕ ਹੀ ਹੈ ਕਿ ਪਰਾਏ ਧਨ ਨੂੰ ਕਿਵੇਂ ਹੜੱਪ ਕਰਨਾ ਹੈ, ਕਿਵੇਂ ਪਰਾਇਆ ਹੱਕ ਖਾਣਾ। ਪ੍ਰਯੋਜਨ ਇੱਕ ਹੈ, ਪਰ ਤਰੀਕੇ ਵੱਖ-ਵੱਖ ਨੇ। ਦੇਖੋ ਚੋਰੀ ਤੋਂ ਤੇ ਹਰ ਬੰਦਾ ਸਾਵਧਾਨ ਹੋ ਸਕਦਾ ਹੈ, ਤੇ ਡਕੈਤੀ ਤੋਂ ਵੀ ਸਾਵਧਾਨ ਹੋ ਕੇ ਆਪਣੀ ਕਰੜਾਈ ਸਖਤਾਈ ਰੱਖ ਸਕਦਾ ਹੈ। ਪਰ ਅਕਸਰ ਦੇਖਿਆ ਗਿਆ ਹੈ ਸਿਆਣੇ ਤੋਂ ਸਿਆਣੇ, ਚਲਾਕ ਤੋਂ ਚਲਾਕ ਬੰਦੇ ਕਈ ਵਾਰੀ ਠੱਗੀ ਖਾ ਜਾਂਦੇ ਨੇ। ਧੋਖੇ ਵਿੱਚ ਆ ਕੇ ਆਪਣਾ ਧਨ ਪੈਸਾ ਲੁਟਾ ਜਾਂਦੇ ਨੇ। ਔਰ ਠੱਗੀ ਵੱਜਣ ਤੋਂ ਬਾਅਦ ਵਿੱਚ ਹੀ ਪਤਾ ਲੱਗਦੀ ਹੈ। ਪਹਿਲਾਂ ਤੇ ਬੰਦਾ ਅਣਜਾਣ ਹੁੰਦਾ ਹੈ, ਪਹਿਲਾਂ ਤੇ ਗੱਲਾਂ ਵਿੱਚ ਆ ਜਾਂਦਾ ਹੈ,
ਇੱਥੇ ਹਜੂਰ ਨੇ ਸ਼ਬਦ ਵਰਤਿਆ ਕਿ ਇਹ ਪੰਜੇ ਦੇ ਪੰਜੇ ਠੱਗ ਨੇ। ਭਾਵ ਕਿ ਬੰਦੇ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਉਲਝਾ ਕੇ ਮਿੱਠੀ ਚਾਟ ਤੇ ਲਾ ਕੇ ਠੱਗਦੇ ਰਹਿੰਦੇ ਨੇ। ਕਿਉਂਕਿ ਗੁਰਬਾਣੀ ਦਾ ਬਚਨ ਹੈ, ਫਰੀਦਾ ਇਹ ਵਿਸ ਗੰਦਲਾਂ, ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇਹ ਗੰਦਲਾਂ ਭਾਵ ਇਹ ਪਦਾਰਥ ਜ਼ਹਿਰ ਦੀਆਂ ਗੰਦਲਾਂ ਨੇ। ਫਰੀਦਾ ਇਹ ਵਿਸ ਗੰਦਲਾਂ, ਪਰ ਜੀਵ ਨੂੰ ਲੁਭਾਏਮਾਨ ਕਰਨ ਵਾਸਤੇ ਉੱਪਰੋਂ ਖੰਡ ਦੇ ਨਾਲ ਲਬੇੜੀਆਂ ਨੇ। ਧਰੀਆਂ ਖੰਡ ਲਿਵਾੜ, ਅੰਦਰ ਤੇ ਜ਼ਹਿਰ ਹੈ ਪਰ ਬਾਹਰੋਂ ਇਹਨਾਂ ਨੂੰ ਖੰਡ ਨਾਲ ਲਬੇੜਿਆ ਹੈ। ਹੁਣ ਮਿੱਠੇ ਦਾ ਲਾਲਚ ਕਰਕੇ ਹਰ ਬੰਦਾ ਇਹਨਾਂ ਨੂੰ ਖਾ ਜਾਂਦਾ ਹੈ, ਪਰ ਖਾਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਤਾਂ ਜ਼ਹਿਰ ਸੀ। ਤੇ ਜ਼ਹਿਰ ਜਦੋਂ ਅੰਦਰ ਚਲੀ ਜਾਵੇ ਫਿਰ ਉਹਦਾ ਕੋਈ ਇਲਾਜ ਨਹੀਂ, ਜਦੋਂ ਉਹ ਖੂਨ ਵਿੱਚ ਰਚ ਜਾਏ। ਇਸ ਕਰਕੇ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਿਸਣ ਨੂੰ ਰਾਜ ਮਾਲ ਰੂਪ ਜਾਤ ਜੋਬਨ ਹੋਰ ਨੇ, ਪਰ ਇਹਨਾਂ ਦਾ ਕੰਮ ਕੁਝ ਹੋਰ ਹੈ। ਜਿਵੇਂ ਜਿਹੜਾ ਬੰਦਾ ਠੱਗ ਹੋਵੇ, ਬੋਲ ਚਾਲ ਦੇ ਵਿੱਚ ਤਾਂ ਉਹ ਬਹੁਤ ਮਿੱਠਾ ਹੁੰਦਾ ਹੈ, ਫਿਰ ਉਹਦਾ ਵਰਤੋਂ ਵਿਹਾਰ ਵੀ ਉਹਨੇ ਤੁਹਾਨੂੰ ਆਪਣਾ ਚੰਗਾ ਕਰਕੇ ਵਿਖਾਉਣਾ। ਕਿਉਂਕਿ ਜਿੰਨਾ ਚਿਰ ਤੱਕ ਉਹ ਤੁਹਾਨੂੰ ਭੋਚਲੇਗਾ ਨਹੀਂ, ਗੱਲਾਂ ਵਿੱਚ ਨਹੀਂ ਲਿਆਵੇਗਾ, ਉਦੋਂ ਤੱਕ ਠੱਗੀ ਨਹੀਂ ਮਾਰ ਸਕਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋਬਨ ਵੀ ਇਸੇ ਤਰ੍ਹਾਂ ਹੈ ਭਾਈ, ਰੂਪ ਵੀ ਇਸੇ ਤਰ੍ਹਾਂ ਹੈ। ਦਿਸਦਾ ਕੁਝ ਹੋਰ ਹੈ ਪਰ ਅਸਲ ਵਿੱਚ ਕੁਝ ਹੋਰ ਹੈ। ਦੈਵੀ ਗੁਣਾਂ ਦੀ ਸੰਪਦਾ ਨੂੰ ਲੁੱਟਦਾ ਹੈ, ਠੱਗਦਾ ਹੈ। ਇੰਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਕੋਈ ਵੀ ਇਹਨਾਂ ਠੱਗਾਂ ਤੋਂ ਬਚ ਨਹੀਂ ਸਕਿਆ, ਸਾਰਿਆਂ ਨੇ ਹੀ ਆਪਣਾ ਆਪ ਲੁਟਾ ਲਿਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਇਹ 4 ਦਿਨਾਂ ਦੇ ਨਾਠੀ ਭਾਵ ਪ੍ਰਾਹੁਣੇ ਹਨ, ਸਦਾ ਨਹੀਂ ਰਹਿਣਗੇ। ਜੋਬਨ ਜਵਾਨੀ ਤਾਂ ਇੱਕ ਦਿਨ ਖਤਮ ਹੋ ਜਾਵੇਗੀ। ਜਰ ਆਈ ਜੋਬਨ ਹਾਰਿਆ। ਮਹਾਰਾਜ ਕਹਿੰਦੇ ਜਵਾਨੀ ਤੇ ਬੁਢੇਪੇ ਦਾ ਆਪਸ ਵਿੱਚ ਮੁਕਾਬਲਾ ਚੱਲਦਾ ਹੈ, ਤੇ ਇਸ ਘੋਲ ਦੇ ਵਿੱਚ ਇੱਕ ਦਿਨ ਬੁਢੇਪਾ ਜਿੱਤ ਜਾਂਦਾ ਤੇ ਜਵਾਨੀ ਹਾਰ ਜਾਂਦੀ ਹੈ। ਸਹਿਜੇ ਸਹਿਜੇ ਵਰਧੰਤ ਜਰੂਆ ਹਿਤਯੰਤ ਮਾਇਆ। ਮਹਾਰਾਜ ਦਾ ਬਚਨ ਹੈ ਕਿ ਕਾਲ ਕੰਨਿਆ ਗਰਾਸਤੇ, ਜਿਹੜੀ ਮੌਤ ਦੀ ਧੀ ਭਾਵ ਬੁਢੇਪਾ ਹੈ, ਉਹ ਦਿਨੋਂ ਦਿਨ ਸਰੀਰ ਨੂੰ ਗਰਾਸ ਰਿਹਾ ਹੈ, ਦਿਨੋਂ ਦਿਨ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਤੇ ਜਦੋਂ ਬੁਢੇਪੇ ਦੀ ਲਪੇਟ ਵਿੱਚ ਤੇਰਾ ਜੋਬਨ, ਜਵਾਨੀ, ਤੇਰੀ ਸੁੰਦਰਤਾ ਹੋ ਜਾਵੇਗੀ, ਮਹਾਰਾਜ ਕਹਿੰਦੇ ਉਸ ਦਿਨ ਤੇਰੇ ਸਰੀਰ ਦੀ ਹਾਲਤ ਕਿਹੋ ਜਿਹੀ ਹੋਣੀ ਹੈ। ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ। ਅੱਖਾਂ ਦੀ ਜੋਤ ਕਮਜ਼ੋਰ ਹੋ ਜਾਵੇਗੀ ਤੇ ਅੱਖਾਂ ਚੋਂ ਪਾਣੀ ਵਗਣ ਲੱਗ ਪਵੇਗਾ। ਸਰੀਰ ਬਿਲਕੁਲ ਖੀਣ ਕਹੀਏ ਨਾਸ ਹੋ ਜਾਏਗਾ। ਚਰਬੀ ਅੰਦਰੋਂ ਢਲਕ ਜਾਵੇਗੀ, ਚਿਹਰੇ ਤੇ ਝੁਰੜੀਆਂ ਪੈ ਜਾਣਗੀਆਂ, ਤੇ ਜਿਹੜਾ ਚਿਹਰਾ ਜੋ ਸੂਰਤ ਅੱਜ ਬਹੁਤ ਸੁੰਦਰ ਹੈ, ਇਹੀ ਬਦ ਸੂਰਤ ਹੋ ਜਾਵੇਗਾ। ਤਾਂ ਕਰਕੇ ਮਹਾਰਾਜ ਕਹਿੰਦੇ ਤਨ ਖੀਨਾ, ਭਏ ਕੇਸ ਦੁੱਧਵਾਨੀ। ਕੇਸ ਦੁੱਧ ਵਾਂਗ ਚਿੱਟੇ ਹੋ ਗਏ ਤੇ ਰੂਦਾ ਕੰਠ ਸ਼ਬਦ ਨਹੀਂ ਉਚਰੈ। ਗਲੇ ਦੇ ਵਿੱਚ ਬਲਗਮ ਜੰਮ ਜਾਂਦੀ ਹੈ, ਜਿਸ ਕਰਕੇ ਕੁਝ ਬੋਲਿਆ ਨਹੀਂ ਜਾਂਦਾ। ਅਬ ਕਿਆ ਕਰੈ ਪਰਾਨੀ। ਭਗਤ ਜੀ ਨੇ ਸਵਾਲੀਆ ਚਿੰਨ੍ਹ ਲਾ ਕੇ ਜੀਵ ਨੂੰ ਬੜੀ ਚੋਟ ਮਾਰ ਕੇ ਆਖਿਆ ਹੈ ਕਿ ਹੁਣ ਤੂੰ ਕੀ ਕਰ ਸਕਦਾ ਹੈ, ਭਾਵ ਹੁਣ ਤੂੰ ਕੱਖ ਵੀ ਨਹੀਂ ਕਰ ਸਕਦਾ। ਤੇਰੇ ਹੱਥ ਵਿੱਚ ਹੁਣ ਕੁਝ ਨਹੀਂ। ਜਦੋਂ ਤੇਰੇ ਕੋਲ ਤਾਕਤ ਸੀ, ਉਦੋਂ ਆਪਣੀ ਤਾਕਤ ਨੂੰ ਤੂੰ ਸਹੀ ਪਾਸੇ ਨਹੀਂ ਵਰਤਿਆ।
ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਤੇ ਤੂੰ ਮਾਣ ਕਰਦਾ ਹੈ ਇਹ 4 ਦਿਨਾਂ ਦੇ ਪ੍ਰਾਹੁਣੇ ਹਨ, ਇੱਕ ਦਿਨ ਤੇਰਾ ਸਾਥ ਛੱਡ ਜਾਣਗੇ। ਪਵਨ ਕੇਰੇ ਪਤ ਜਿਉ ਢਾਲ ਢੁਲ ਜੁਮਣ ਹਾਰ। ਪੱਬਣ ਦਾ ਅਰਥ ਹੈ ਚੁਪੱਤੀ। ਚੁਪੱਤੀ ਦੇ ਪੱਤੇ ਸਹਿਜੇ ਸਹਿਜੇ ਢਲਦੇ ਰਹਿੰਦੇ ਨੇ ਤੇ ਫਿਰ ਉਹ ਕੁਮਲਾ ਜਾਂਦੇ ਨੇ। ਕੁਮਲਾਉਣ ਤੋਂ ਬਾਅਦ ਜਦੋਂ ਸਰੋਵਰ ਦਾ ਪਾਣੀ ਬਿਲਕੁਲ ਸੁੱਕ ਜਾਂਦਾ ਹੈ ਤੇ ਨਾਲ ਹੀ ਉਹ ਪੱਤੇ ਵੀ ਸੁੱਕ ਜਾਂਦੇ ਨੇ। ਤਲਾਬ ਦੇ ਵਿੱਚ, ਸਰੋਵਰ ਦੇ ਵਿੱਚ ਉੱਗਣ ਵਾਲੀ ਬੂਟੀ ਨੂੰ ਚੁਪੱਤੀ ਆਖਿਆ ਜਾਂਦਾ ਹੈ ਤੇ ਉਸ ਚੁਪੱਤੀ ਦੀ ਆਪਣੀ ਕੋਈ ਜੜ ਨਹੀਂ ਹੁੰਦੀ। ਸੁੱਕਦੀ ਕਿਉਂ ਹੈ? ਕਿਉਂਕਿ ਉਹਦੀ ਆਪਦੀ ਜੜ ਨਹੀਂ। ਪਾਣੀ ਦੇ ਆਸਰੇ ਪੈਦਾ ਹੁੰਦੀ ਹੈ ਤੇ ਪਾਣੀ ਕਰਕੇ ਹੀ ਪਲਦੀ ਹੈ, ਤੇ ਜਦੋਂ ਪਾਣੀ ਹੀ ਨਾ ਰਹੇਗਾ ਉਦੋਂ ਚੁਪੱਤੀ ਨੇ ਵੀ ਨਹੀਂ ਰਹਿਣਾ। ਇਸ ਕਰਕੇ ਮਹਾਰਾਜ ਕਹਿੰਦੇ, ਧਨ ਤੇ ਜੋਬਨ ਦੀ ਆਪਣੀ ਕੋਈ ਜੜ ਨਹੀਂ ਹੈ। ਜਿਉਂ-ਜਿਉਂ ਤੇਰੀ ਉਮਰ ਦਾ ਸਮਾਂ ਬੀਤਦਾ ਜਾਵੇਗਾ ਇਹ ਵੀ ਸੜਦੇ ਸੁੱਕਦੇ ਜਾਣਗੇ ਤੇ ਨਾਲ ਹੀ ਖਤਮ ਹੋ ਜਾਣਗੇ। ਢਾਲ ਭਾਵ ਕੇ ਕੁਮਲਾ ਜਾਣਾ, ਢੁਲ ਸੁੱਕ ਜਾਣਾ ਤੇ ਜੁੰਮਣ ਹਾਰ ਨਾਸ ਹੋ ਜਾਣਾ। ਢਲ ਢੁਲ ਕੇ ਭਾਵ ਸਹਿਜੇ ਸਹਿਜੇ ਸੁੱਕਦੀ ਸੜਦੀ ਜਿਵੇਂ ਚੁਪੱਤੀ ਨਾਸ ਹੋ ਜਾਂਦੀ ਹੈ, ਇਵੇਂ ਧਨ ਜੋਬਨ ਰੂਪ ਅਤੇ ਜਿੰਨਾ ਸਰਮਾਇਆ ਹੈ ਸਹਿਜੇ ਸਹਿਜੇ ਖਤਮ ਹੋ ਜਾਵੇਗਾ। ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਉ ਹੁਲਾ। ਰੰਗ ਕਹੀਏ ਆਨੰਦ। ਵਾਹਿਗੁਰੂ ਦੇ ਪ੍ਰੇਮ ਦਾ ਆਨੰਦ ਮਾਣ ਲੈ ਜਦੋਂ ਤੱਕ ਜੋਬਨ ਜਵਾਨੀ ਦਾ ਹੋਲਾ ਮਤਲਬ ਹੁਲਾਰਾ ਹੈ। ਜਦੋਂ ਤੱਕ ਜਵਾਨੀ ਦਾ ਹੁਲਾਰਾ ਹੈ, ਕਿਉਂਕਿ ਬੁਢੇਪੇ ਵਿੱਚ ਤਾਂ ਤੂੰ ਅਸਮਰੱਥ ਹੋ ਜਾਵੇਂਗਾ। ਜਿਵੇਂ ਭਗਤ ਫਰੀਦ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਬੇੜਾ ਬੰਨਣ ਦਾ ਤੇਰੇ ਕੋਲ ਵਕਤ ਸੀ ਉਦੋਂ ਤੂੰ ਬੇੜਾ ਬੰਨਣ ਦਾ ਕੋਈ ਯਤਨ ਨਹੀਂ ਕੀਤਾ, ਤੇ ਹੁਣ ਸਮੁੰਦਰ ਦੇ ਵਿੱਚ ਹੜ੍ਹ ਆ ਗਿਆ ਹੈ। ਬੰਨਿਆ ਨਹੀਂ ਉਹ ਡੁੱਬ ਜਾਣਗੇ, ਕਿਉਂਕਿ ਜਦੋਂ ਘਰ ਨੂੰ ਅੱਗ ਲੱਗ ਜਾਵੇ ਉਦੋਂ ਖੂਹ ਪੁੱਟਿਆਂ ਕਦੇ ਘਰ ਦੀ ਅੱਗ ਨਹੀਂ ਬੁਝਾਈ ਜਾਂਦੀ। ਜਦੋਂ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਟਾਕਰਾ ਹੋ ਜਾਵੇ ਉਦੋਂ ਸ਼ਸਤਰ ਵਿਦਿਆ ਸਿੱਖਣ ਨਾਲ ਕਦੇ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਇਸ ਲਈ ਜਦੋਂ ਮੌਤ ਆ ਕੇ ਦਰਵਾਜ਼ਾ ਖੜਕਾਉਂਦੀ ਹੈ ਉਦੋਂ ਧਰਮ ਕਰਮ ਨਹੀਂ ਹੋ ਸਕਦੇ, ਉਦੋਂ ਪਰਮਾਤਮਾ ਦੀ ਬੰਦਗੀ ਨਹੀਂ ਹੋ ਸਕਦੀ। ਇਹ ਜਦੋਂ ਤੱਕ ਜਵਾਨੀ ਦਾ ਹੁਲਾਰਾ ਹੈ, ਮਹਾਰਾਜ ਕਹਿੰਦੇ ਉਦੋਂ ਤੱਕ ਭਾਈ ਪਰਮਾਤਮਾ ਦੇ ਨਾਮ ਆਨੰਦ ਦਾ ਰਸ ਮਾਣ ਲੈ, ਰੰਗ ਮਾਣ ਲੈ ਪਿਆਰਿਆ। ਇਹ ਗੁਰੂ ਸਾਹਿਬ ਨੇ ਬੜੇ ਪ੍ਰੇਮ ਦੇ ਨਾਲ ਪਿਆਰਾ ਸ਼ਬਦ ਕਹਿ ਕੇ ਸਮਝਾਇਆ ਹੈ ਕਿ ਹੇ ਪਿਆਰੇ ਗੁਰਸਿੱਖਾ, ਜਦੋਂ ਤੱਕ ਜਵਾਨੀ ਦਾ ਹੁਲਾਰਾ ਹੈ ਭਾਵ ਤੇਰੇ ਸਰੀਰ ਵਿੱਚ ਸਮਰੱਥਾ ਹੈ, ਤਾਕਤ ਹੈ, ਉਦੋਂ ਤੱਕ ਪਰਮੇਸ਼ਰ ਦੇ ਨਾਮ ਦਾ ਆਨੰਦ ਮਾਣ। ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਤੇਰੇ ਦਿਨ ਥੋੜੇ ਰਹਿ ਗਏ ਨੇ, ਅਥਵਾ ਤੈਨੂੰ ਜ਼ਿੰਦਗੀ ਰੂਪੀ ਦਿਨ ਬੜੇ ਥੋੜੇ ਮਿਲੇ ਨੇ। ਇਹ ਥੱਕੇ ਤੋਂ ਭਾਵ ਕਿ ਇਹ ਵੀ ਮੁੱਕਦੇ ਜਾ ਰਹੇ ਨੇ। ਇੱਕ ਤਾਂ ਦਿਨ ਬੜੇ ਥੋੜੇ ਨੇ, ਦੂਸਰਾ ਇਹ ਵੀ ਦਿਨ ਮੁੱਕਦੇ ਜਾ ਰਹੇ ਨੇ। ਤੇ ਭਇਆ ਪੁਰਾਣਾ ਚੋਲਾ, ਇਹ ਸਰੀਰ ਰੂਪੀ ਚੋਲਾ, ਇਹ ਸਿਹਤ ਅਤੇ ਇਸ ਜਨਮ ਰੂਪੀ ਚੋਲਾ ਦਿਨੋਂ ਦਿਨ ਪੁਰਾਣਾ ਹੋ ਰਿਹਾ ਹੈ। ਦਿਨੋਂ ਦਿਨ ਇਹ ਬਸਤਰ ਖੀਣ ਹੋ ਰਿਹਾ ਹੈ, ਤੇ ਜਦੋਂ ਕੋਈ ਵੀ ਚੋਲਾ ਬਸਤਰ ਪੁਰਾਣਾ ਹੋ ਜਾਵੇ ਫਿਰ ਉਸ ਨੂੰ ਬਦਲ ਦੇਈਦਾ ਹੈ। ਬਸ ਇਸੇ ਤਰ੍ਹਾਂ ਹੀ ਜਦੋਂ ਇਹ ਬਿਲਕੁਲ ਸਰੀਰ ਰੂਪੀ ਬਸਤਰ ਪੁਰਾਣਾ ਹੋ ਜਾਵੇਗਾ
फिर तैनू बदलना पवेगा। रहाऊ विश्राम दे के बख्शिश करते हन। सज्जन मेरे रंगले जाए सुते जीरान। सतगुरु जी बख्शिश करते हन कि जेड़े मेरे सज्जन बड़े रंगले भाव प्यारे सज्जन सी, जाए सुते जीरान, जिन्हां नाल मेरा इन्ना साथ सी कि रोज उन्हां नाल बहनी उठनी सी, हुण वो जाके कब्रिस्तान दे विच सौ गए। जीरान दा अर्थ है सुनसान, ते सुनसान थां है कब्रिस्तान, शमशान घाट। वो जाके शमशान भूमि दे विच सौ गए, जिन्हां नाल मेरा नित दा साथ सी, जिन्हां नाल रोटी बेटी दी सांझ सी, जिन्हां करके मैं अपना जीवन समझदा सां, वो मेरे प्यारे सज्जन इस दुनिया तो कूच कर गए ने। क्योंकि संसार कूच दा दरवाजा है। जिवें दरवाजे दे विच कोई खड़ नहीं सकदा, आउंदे बहुत ने पर दरवाजा लंघ के अगे चले जांदे ने। महाराज कहंदे ये संसार तां एक कूच दा दरवाजा है, जेड़ा भी आया इस नूं लंघ के अगे चला जावेगा। दार कूच कूचा कर गए, अवरे पे चलन हार। ये कूच करन दा दरवाजा है भाई। इस करके सतगुरु पातशाह कहंदे जाए सुते जीरान, वो कब्रिस्तान शमशान घाट विच जाके सौ गए हन। हम पी वंजा डुमणी रोवा चीनी बाण। सतगुरु महाराज पातशाह अज्ञात जोबन वाली जीव इस्त्री बाबत समझाउंदे ने कि वो जीव इस्त्री अपने सज्जणा नूं चेते करके झीणी बाण भाव बड़ी तिखी आवाज दे विच रोंदी है। ते हम पी वंजा रोंदी भी है, ते हम पी भाव अपना आप भी वंजा कहिए लुटा रही है, खत्म कर रही है। अपने जीवन दा समा भी नाश हो रहा है, ते नाल अपने सज्जणा नूं भी बंदा रो रहा। गुरबाणी दा बचन है कि संग चलत है हम भी चलना, दूर गमन सिर ऊपर मरना। जिन्ना संग है भाव साथ, साथी तुरे जा रहे ने, ते एक दिन असां भी चले जाना है। संग चलत है, संगी तुरे जा रहे ने, ते हम भी चलना, असीं भी चले जावांगे, क्योंकि असां पे उत्थे जाना। दूर गमन सिर ऊपर मरना। पैंडा बड़ा लंबेरा है, पर मौत हर वक्त सिर दे ऊपर खड़ी है। इस करके सतगुरु सच्चे पातशाह कहंदे हम पी वंजा, मैं भी उधर नूं कूच कर जावांगी। ते डुमणी डुमणी भाव दुचित्ती दुविधा, अथवा डुमणी भाव के एक मरासण दे वांग पतली तिखी बरीक आवाज दे विच। झीणी दा अर्थ है कि जिवें चीकां मार के पुकारां करके रोना। गुरु साहब कहंदे इवें जीव रोंदा है। अथवा जिवें किसी दा पति चढ़ाई कर जावे ते पत्नी भुब्बां मार के धाहां मारदी है, रोंदी करलाउंदी है, क्योंकि ओदा प्यारा सज्जन पति अकाल चलाना चढ़ाई कर गया है। इस करके जिवें एक पत्नी रोंदी है, महाराज कहंदे हर जीव असल विच एवें रो रहा है, अपने साथियां नूं अपने संगियां नूं चेते करके। की ना सुने ही गोरिए अपन कन्नी सोए। की ना सुने, महाराज पातशाह कहंदे क्यों नहीं सुनदी। गोरिए भाव हे इस्त्री, हे औरत, हे जीव रूपी इस्त्री, तू साडी गल क्यों नहीं सुनदी। अपन कन्नी सोए, अपने कन्ना नाल परमेश्वर वाहिगुरु दी सोए दा अर्थ है शोभा। ओदी शोभा वडियाई नूं इन्हां कन्नां नाल सरवण करें तां तेरा जीवन सफल हो जावे। लगी आवे सहुरा नित ना पिया होए। सतगुरु पातशाह कहंदे निता प्रति पेके घर दे विच रहना नसीब नहीं हुंदा। जदों कोई लड़की जवान हुंदी है, मापे ओवें ओवें दिन गिणन लग जांदे ने ते ओदे वास्ते कोई योग वर लभ के
ਲੜ ਲਾ ਕੇ ਕਿਸੇ ਉਹਦੇ ਪਤੀ ਦੇ ਘਰੋਂ ਤੋਰ ਦਿੰਦੇ ਨੇ। ਜਿਵੇਂ ਸਦਾ ਵਾਸਤੇ ਕੋਈ ਲੜਕੀ ਪੇਕੇ ਘਰ ਵਿੱਚ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਲਗੀ ਆਵਹਿ ਸਾਹੁਰੈ, ਤੁਰੀ ਆਉਂਦੀ ਹੈ ਸਹੁਰਿਆਂ ਨੂੰ। ਫਿਰੋਜ਼ਪੁਰ ਤੇ ਜਲਾਲਾਬਾਦ ਦੇ ਇਲਾਕੇ ਵਿੱਚ ਤੁਰੇ ਆਉਂਦੇ ਨੂੰ ਲਗਾ ਆਉਂਦਾ ਤੇ ਸੁੱਤੀ ਹੀ ਰਹਿੰਦੀ ਹੈ, ਚੰਗੇ ਗੁਣ ਨਹੀਂ ਸਿੱਖਦੀ। ਤੇ ਜਾਣ ਵਿਰਤੀ ਸੰਨ, ਵਿਰਤੀ ਭਾਵ ਕੁਰਤੀ, ਕੁਰੀਤੀ ਭਾਵ ਉਲਟ ਰੀਤੀਆਂ ਕਰਕੇ ਉਹਦੇ ਅੰਦਰ ਗੁਣਾਂ ਨੂੰ ਔਗਣਾ ਨੇ ਸੰਨ ਲਾ ਕੇ ਲੁੱਟ ਲਿਆ ਹੈ। ਅਥਵਾ ਵਿਰਤੀ ਦਾ ਅਰਥ ਹੈ ਕਿ ਵੇ ਪਲਸ ਰੱਤੀ, ਜਿਨ੍ਹਾਂ ਦਾ ਆਪਣੇ ਪਤੀ ਪਰਮੇਸ਼ਰ ਤੋਂ ਬਗੈਰ ਕਿਸੇ ਹੋਰ ਤਰਫ ਕਿਸੇ ਹੋਰ ਬੰਨੇ ਪ੍ਰੇਮ ਹੈ। ਵੇ ਰੱਤੀ, ਦੂਜੇ ਪਾਸੇ ਰੱਤੀ ਭਾਵ ਪ੍ਰੇਮ ਵਿੱਚ ਮਸਤ ਹੈ। ਤੇ ਸੰਨ ਉਹਦੇ ਚੰਗੇ ਗੁਣਾਂ ਨੂੰ, ਉਹਦੀ ਦੈਵੀ ਸੰਪਦਾ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸੰਨ ਲਾ ਕੇ ਲੁੱਟ ਲਿਆ ਹੈ। ਭਾਵ ਸ਼ੁਭ ਗੁਣਾਂ ਦੀ ਸੰਪਦਾ ਲੁੱਟੀ ਗਈ ਹੈ, ਕਿਉਂਕਿ ਜੀਵ ਇਸਤਰੀ ਸੁੱਤੀ ਹੈ। ਹੁਣ ਜਿਸ ਘਰ ਦੇ ਮੈਂਬਰ ਸੁੱਤੇ ਹੋਣਗੇ, ਕੁਦਰਤੀ ਗੱਲ ਹੈ ਕਿ ਉਸ ਘਰ ਦੇ ਵਿੱਚੋਂ ਲੁੱਟ ਹੋ ਜਾਵੇਗੀ, ਉਸ ਘਰ ਤੋਂ ਚੋਰ ਚੁਰਾ ਲੈਣਗੇ। ਤੇ ਹਜੂਰ ਕਹਿੰਦੇ ਜੋ ਅਵਿਦਿਆ ਦੇ ਕਾਰਨ ਸੁੱਤੀ ਹੈ, ਅਗਿਆਨਤਾ ਦੇ ਕਾਰਨ ਜਿਹੜੀ ਜੀਵ ਇਸਤਰੀ ਸੁੱਤੀ ਹੈ, ਉਹਦੇ ਅੰਦਰੋਂ ਚੰਗੇ ਗੁਣ ਲੁੱਟੇ ਜਾਣਗੇ। ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬੰਨ। ਤੇ ਸਦਾ ਵਾਸਤੇ ਅਗਿਆਨਤਾ ਦੀ ਨੀਂਦ ਵਿੱਚ ਸੌਣ ਦਾ ਨਤੀਜਾ ਕੀ ਨਿਕਲਿਆ ਕਿ ਗੁਣਾਂ ਦੀ ਜਿਹੜੀ ਗੰਢ ਸੀ ਉਹ ਤਾਂ ਗਵਾ ਲਈ, ਭਾਵ ਗੁਣਾਂ ਨੂੰ ਤੇ ਲੁਟਾ ਲਿਆ। ਤੇ ਅਵਗੁਣ ਚੱਲੀ ਬੰਨ, ਔਗਣਾਂ ਦੀਆਂ ਪੰਡਾਂ ਬੰਨ ਕੇ ਆਪਣੇ ਸਿਰ ਤੇ ਰੱਖ ਕੇ ਪਰਲੋਕ ਨੂੰ ਤੁਰ ਪਈ। ਬਿਖ ਵਿਹਾਜੈ ਬਿਖ ਸੰਗ੍ਰਹਿ, ਬਿਖ ਸਿਉ ਧਰਹਿ ਪਿਆਰ। ਬਾਹਰੋਂ ਪੰਡਤ ਸਦਾਏ ਦੇ, ਮਨੋਂ ਮੂਰਖ ਗਾਵਾਰ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਜ਼ਹਿਰ ਨੂੰ ਇਕੱਤਰ ਕੀਤਾ ਤੇ ਇਸੇ ਤਰ੍ਹਾਂ ਭਾਈ ਜਿਸ ਨੇ ਪੇਕੇ ਘਰ ਵਿੱਚ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਦੇ ਗੁਣ ਨਹੀਂ ਸਿੱਖੇ, ਉਹ ਪਰਲੋਕ ਰੂਪੀ ਸਹੁਰੇ ਘਰ ਵਿੱਚ ਵੀ ਸੋਭਾ ਨਹੀਂ ਪਾ ਸਕਦੀ। ਭਾਈ ਗੁਰਦਾਸ ਜੀ ਦਾ ਬਚਨ ਹੈ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਐ। ਪੇਕੇ ਘਰ ਵਿੱਚ ਤਾਂ ਲੜਕੀ ਨੂੰ ਸਿਰਫ ਲਾੜ ਦੀ ਅੱਖ ਨਾਲ ਵੇਖਿਆ ਜਾਂਦਾ ਹੈ, ਪਰ ਸਹੁਰੇ ਘਰ ਵਿੱਚ ਜੇ ਉਹਦੇ ਚੰਗੇ ਗੁਣ ਹੋਣਗੇ ਤਾਂ ਹੀ ਉਹਦੀ ਕਦਰ ਪਵੇਗੀ। ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਐ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਅਗਿਆਤ ਜੀਵ ਇਸਤਰੀ ਨੇ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੋਈ ਨੇ, ਗੁਣਾਂ ਦੀ ਗੰਢ ਗਵਾ ਲਈ। ਰੱਬ ਨੇ ਗੁਣ ਦੇ ਕੇ ਭੇਜਿਆ ਸੀ, ਪਰ ਉਹਨਾਂ ਗੁਣਾਂ ਨੂੰ ਲੁਟਾ ਲਿਆ, ਖਤਮ ਕਰ ਲਿਆ ਤੇ ਔਗਣਾਂ ਦੀ ਪੰਡ ਬੰਨ ਕੇ ਪਰਲੋਕ ਨੂੰ ਚਲੀ ਗਈ, ਜਿਸ ਕਰਕੇ ਪਰਲੋਕ ਵਿੱਚ ਢੋਈ ਨਹੀਂ ਮਿਲਦੀ। ਇਹ ਵੈਰਾਗਮਈ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਰਸਨਾ ਦੁਆਰਾ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ ਜੀ। ਹੋਈ ਭੁੱਲ ਚੁੱਕ ਦੀ ਖਿਮਾ,
ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਸੁਤੀ ਪਈਐ ਜਾਣ ਵਿਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ